ਡਿਵੈਲਪਮੈਂਟ ਹੋਈ ਹੈ। ਤਹਿਰਾਨ ਵਿੱਚ ਇੱਕ ਕਾਨਫਰੰਸ ਹੋਈ ਹੈ ਜਿਹਦੇ ਵਿੱਚ ਸਾਰੇ ਅਫਗਾਨਿਸਤਾਨ ਦੇ ਹਮਸਾਇਆ ਮਮਾਲਿਕ ਸ਼ਾਮਿਲ ਸਨ। ਜਿਹੜਾ ਅਫਗਾਨ ਤਾਲਿਬਾਨ ਰਜੀਮ ਹੈ ਉਹਨਾਂ ਨੂੰ ਵੀ ਦਾਵਤ ਦਿੱਤੀ ਗਈ ਸੀ, ਉਹ ਉੱਥੇ ਵੀ ਨਹੀਂ ਹੈ। ਤੇ ਕੀ ਵਜ੍ਹਾ ਬਣ ਸਕਦੀ ਹੈ ਸਰ ਕਿ ਉੱਥੇ ਪੂਰੀ ਦੁਨੀਆ ਇਹ ਕਹਿ ਰਹੀ ਹੈ ਕਿ ਮਹਿਫੂਜ਼ ਪਨਾਹਗਾਹਾਂ ਨੇ, ਉੱਥੇ ਤਰਬੀਅਤ ਦਿੱਤੀ ਜਾ ਰਹੀ ਹੈ, ਲੇਕਿਨ ਜਿਹੜਾ ਤਾਲਿਬਾਨ ਰਜੀਮ ਹੈ ਉਹ ਜਿਹੜੇ ਇਹ ਦਹਿਸ਼ਤਗਰਦ ਨੇ ਜਾਂ ਫਿਤਨਤੁਲ ਖਵਾਰਿਜ ਨੇ ਜਾਂ ਪ੍ਰੋਕਸੀਜ਼ ਨੇ, ਉਹਨਾਂ ਦੇ ਖਿਲਾਫ ਨਾ ਕੋਈ ਕਾਰਵਾਈ ਕਰ ਰਹੇ ਨੇ, ਨਾ ਉਹਨਾਂ ਦੀ ਜਿਹੜਾ ਇਹ ਸਪੋਰਟ ਤੋਂ ਪਿੱਛੇ ਹਟ ਰਹੇ ਨੇ। ਇਹ ਇਸ ਹਵਾਲੇ ਨਾਲ ਕੀ ਕਹੋਗੇ ਸਰ? ਬਿਲਕੁਲ ਤਾਇਦ ਕਰ ਰਹੇ ਨੇ। ਔਰ ਤਹਿਰਾਨ ਜਾਣ ਦਾ ਸਿਰਫ ਇਸ ਵਾਸਤੇ ਨਹੀਂ ਗਏ ਕਿਉਂਕਿ ਦੁਨੀਆ ਨੂੰ ਫੇਸ ਨਹੀਂ ਕਰ ਸਕਦੇ। ਤੁਸੀਂ ਟਰਕੀ ਦੇ ਅੰਦਰ ਜਿਸ ਤਰ੍ਹਾਂ ਟਰਕੀ ਨੇ ਟਰਾਈ ਕੀਤੀ ਸੀ ਕਿ ਨੈਗੋਸ਼ੀਏਟ ਕਰਾਇਆ ਜਾਏ, ਤੇ ਤੁਸੀਂ ਅੰਦਾਜ਼ਾ ਲਾਓ ਕਿ ਕੀ ਕਰਦੇ ਸਨ। ਉਹ ਬੰਦਾ ਉੱਥੋਂ ਉੱਠਦਾ ਸੀ ਕਾਨਫਰੰਸ ਤੋਂ ਤੇ ਜਾ ਕੇ 3-4 ਜਗ੍ਹਾ ਤੋਂ ਜਾ ਕੇ ਗਾਈਡਲਾਈਨ ਲੈਂਦਾ ਸੀ, ਕਾਬਲ ਤੋਂ, ਕੰਧਾਰ ਤੋਂ, ਪਤਾ ਨਹੀਂ ਕਿਸੇ ਹੋਰ ਜਗ੍ਹਾ ਤੋਂ, ਔਰ ਤਿੰਨਾਂ ਦੀ ਮੁਖਤਲਿਫ ਰਾਏ ਹੁੰਦੀ ਸੀ। ਪੂਰੀ ਦੁਨੀਆ ਵੇਖ ਚੁੱਕੀ ਹੈ ਕਿ ਦੇ ਆਰ ਨਾਨ ਵਰਕਿੰਗ ਗਰੁੱਪ, ਇਹਨਾਂ ਨਾਲ ਕੰਮ ਕੀਤਾ ਹੀ ਨਹੀਂ ਜਾ ਸਕਦਾ। ਤਹਿਰਾਨ ਜਾਣ ਦੀ ਸਿਰਫ ਔਰ ਸਿਰਫ ਇਹਨਾਂ ਦਾ ਉੱਥੋਂ ਨਸ਼ੇ ਨੇ, ਉਹਦੀ ਵਜ੍ਹਾ ਹੈ ਕਿ ਫੇਸ ਨਹੀਂ ਕਰ ਸਕਦੇ ਪਬਲਿਕ ਪ੍ਰੈਸ਼ਰ, ਬੰਦਿਆਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ, ਸਿਰਫ ਇੱਕ ਰੀਜ਼ਨ ਸੀ। ਦੂਜੀ ਜਿਹੜੀ ਗੱਲ ਤੁਸੀਂ ਸਵਾਲ ਕੀਤਾ ਹੈ, ਉਹ ਇੱਕ ਆਰਗੇਨਾਈਜੇਸ਼ਨ ਹੈ, ਸਪੈਸ਼ਲ ਇੰਸਪੈਕਟਰ ਜਨਰਲ ਫਾਰ ਅਫਗਾਨਿਸਤਾਨ ਡਿਵੈਲਪਮੈਂਟ, ਸਿਗਾਰ ਨੂੰ ਰੀਹੈਬਿਲਿਟੇਸ਼ਨ ਸਿਗਾਰ ਕਿਹਾ ਜਾਂਦਾ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਅਮਰੀਕਾ 144 ਬਿਲੀਅਨ ਡਾਲਰ ਨੁਕਸਾਨ ਆਪਣਾ ਕਰ ਚੁੱਕਿਆ ਅਫਗਾਨਿਸਤਾਨ ਦੇ ਵਿੱਚ। ਔਰ ਬਿਲਖਸੂਸ ਜਿਹੜਾ ਇਨਖਲਾ 31 ਜਿਹੜਾ ਇੱਥੇ 20 ਸਾਲ ਦੀ, ਇਹ ਸਾਰਾ ਪੈਸਾ ਕਰਪਸ਼ਨ ਚ ਗਿਆ, ਵਾਈਟ ਕਾਲਰ ਕ੍ਰਾਈਮ ਚ ਗਿਆ। ਅਫਗਾਨਿਸਤਾਨ ਦੀਆਂ ਨਵੀਆਂ ਫੈਮਲੀਆਂ ਬਿਲੀਅਨਰ ਬਣ ਗਈਆਂ ਨੇ। ਔਰ ਦੂਜਾ ਉਹਨਾਂ ਨੇ ਕਿਹਾ ਕਿ 38.6 ਬਿਲੀਅਨ ਡਾਲਰ ਦਾ ਅਸਲਾ ਉੱਥੇ ਛੱਡ ਕੇ ਅਮਰੀਕਾ ਵਾਪਸ ਗਿਆ। ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ, ਕੱਲ ਇੱਕ ਬੜਾ ਵੱਡਾ ਆਰਟੀਕਲ ਵਾਸ਼ਿੰਗਟਨ ਪੋਸਟ ਨੇ ਵਿੱਚ ਲਿਖਿਆ ਕਿ ਬਟਗ੍ਰਾਮ 에ਅਰ ਬੇਸ ਦੇ ਜਿਹੜਾ ਸੈਟੇਲਾਈਟ ਵਾਸਤੇ ਕੀ ਕਰ ਰਹੇ ਨੇ, ਜਿਸ ਤਰ੍ਹਾਂ ਮੈਂ ਹੁਣ ਕਹਿਣਾ ਕਿ ਜਾਲੀ ਜਹਾਜ਼ ਬਣਾ ਕੇ 에ਅਰ ਬੇਸ ਤੇ ਖਿਲਾਰਦੇ ਸਨ ਪਏ, ਜਿਹੜੇ ਰਸ਼ੀਆ ਦੇ ਟਾਈਮ ਦੇ ਟੈਂਕ ਨੇ ਉਹਨਾਂ ਨੂੰ ਪੇਂਟ ਕਰ ਕਰਕੇ ਖੜਾ ਕਰ ਰਹੇ ਸਨ ਤਾਂ ਕਿ ਸੈਟੇਲਾਈਟ ਤੋਂ ਵੇਖਿਆ ਜਾ ਸਕੇ ਕਿ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਮੌਜੂਦ ਹੈ। ਲੇਕਿਨ ਇੱਥੇ ਇਹਨਾਂ ਨੂੰ ਇਹ ਨਹੀਂ ਪਤਾ ਅਮਰੀਕਨ ਇੰਟੈਲੀਜੈਂਸ ਬਹੁਤ ਸਟਰੋਂਗ ਹੈ, ਔਰ ਅਫਗਾਨਿਸਤਾਨ ਨੂੰ ਅਫਗਾਨੀ ਇੰਨਾ ਨਹੀਂ ਸਮਝਦੇ ਜਿੰਨਾ ਪਾਕਿਸਤਾਨ ਇਹਨੂੰ ਸਮਝਦਾ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਇੰਟੈਲੀਜੈਂਸ ਏਜੰਸੀਆਂ ਅਫਗਾਨਿਸਤਾਨ 'ਚ ਵਿੱਚ ਕੀ ਕੀ ਪਹਿਲੇ ਕਰਦੇ ਰਹੇ ਨੇ, ਇਹਨਾਂ ਨੂੰ ਤਾਲਿਬਾਨ ਨੂੰ ਬਣਾਉਣੇ ਵਾਲੇ ਕੌਣ ਸਨ, ਇਹਨਾਂ ਨੂੰ ਅਸਲਾ ਇਸਤੇਮਾਲ ਕਰਨ ਵਾਲੇ ਕੌਣ ਸਨ ਜਿਨ੍ਹਾਂ ਨੇ ਸਿਖਾਇਆ ਸੀ। ਇਹਨਾਂ ਨੂੰ ਇਹ ਚੀਜ਼ਾਂ ਭੁੱਲ ਗਈਆਂ ਨੇ ਕਿ ਪਾਕਿਸਤਾਨ ਇਸ ਟਾਈਮ ਪਾਕਿਸਤਾਨ ਇਜ਼ ਸਟਰੋਂਗ, ਪਾਕਿਸਤਾਨ's leadership is strong, ਪਾਕਿਸਤਾਨ ਦੀ ਮਿਲਟਰੀ ਡਿਪਲੋਮੇਸੀ ਇਜ਼ ਵਰਕਿੰਗ ਆਲ ਓਵਰ ਦਾ ਵਰਲਡ। ਰੀਸੈਂਟਲੀ ਇੰਡੋਨੇਸ਼ੀਆ, ਟਰਕੀ, ਕਤਰ, ਬੰਗਲਾਦੇਸ਼ ਔਰ ਉਸ ਤੋਂ ਬਾਅਦ ਅਮਰੀਕਾ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਨੇ, ਇਹ ਤਾਲਿਬਾਨ ਦੇ ਉਹ ਕਹਿੰਦੇ ਨਾ ਜਿਹੜੇ ਸਾਡੀ ਪੰਜਾਬੀ ਇਹ ਲੱਸੀ ਨੂੰ ਫੂਕਾ ਮਾਰ ਮਾਰ ਕੇ ਹੁਣੇ ਪੀਂਦੇ ਨੇ ਪਏ, ਲੇਕਿਨ ਇਟ ਵਿਲ ਬੈਕਫਾਇਰ ਦੈਮ। ਇਸ ਵੇਲੇ ਸਿਰਫ ਔਰ ਸਿਰਫ ਇਹਨਾਂ ਦੇ ਨਾਲ ਇੰਡੀਆ ਖਲੋਤਾ ਹੈ। ਉਹ ਵੀ ਕਿਉਂ? ਉਹ ਆਪ ਜੰਗ ਲੜਨੇ ਦੀ ਸਲਾਹੀਅਤ ਨਹੀਂ ਰੱਖਦੇ ਪਾਕਿਸਤਾਨ ਨਾਲ, ਇਹਨਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇੰਡੀਆ ਨੂੰ ਇਹ ਸਮਝਣਾ ਚਾਹੀਦਾ ਕਿ ਜਿਨ੍ਹਾਂ ਨੇ 40 ਸਾਲ ਦੁੱਧ ਪਿਆਇਆ, ਅਗਰ ਇਹ ਉਹਨਾਂ ਦੇ ਸੱਕੇ ਨਹੀਂ ਤੇ ਤੁਹਾਡੇ ਨਾਲ ਕਿਵੇਂ ਖਲੋਣਗੇ? ਸਿਰਫ ਕਿਸੇ ਹੋਰ ਦੀ ਬੋਲੀ ਲਾਉਣ ਦੀ ਦੇਰ ਹੈ, ਇਹਨਾਂ ਨੇ ਛਾਲ ਮਾਰ ਕੇ ਉਹਨਾਂ ਦੀ ਕਾਠੀ ਤੇ ਬਹਿ ਜਾਣਾ। ਲੇਕਿਨ ਇਹ ਕਿ ਮੇਰੇ ਖਿਆਲ 'ਚ ਅਫਗਾਨਿਸਤਾਨ ਵਾਸਤੇ ਇਸ ਵੇਲੇ ਦੁਨੀਆ ਦੇ ਉੱਤੇ ਜਿਹੜੀ ਹੈ ਉਹ ਜਗ੍ਹਾ ਘੱਟ ਤੋਂ ਘੱਟ ਹੁੰਦੀ ਜਾ ਰਹੀ ਹੈ। ਤਾੜ ਸਾਹਿਬ ਅਗਰ ਮੁਜ਼ਾਕਰਾਤ ਦੀ ਗੱਲ ਕਰੀਏ, ਗੱਲਬਾਤ ਦੀ ਗੱਲ ਕਰੀਏ, ਤੇ ਪਿਛਲੇ ਕੁਝ ਜਿਹੜਾ ਹੈ ਤੁਸੀਂ ਰੀਸੈਂਟ ਜਿਹੜੇ ਡਿਵੈਲਪਮੈਂਟ ਸਨ ਉਹਦੇ ਵਿੱਚ ਵੀ ਇਹ ਸੀ ਕਿ ਪਾਕਿਸਤਾਨ ਦੀ ਤਰਫ ਕੋਲ ਮੁਜ਼ਾਕਰਾਤ ਕੀਤੇ ਗਏ, 2 ਅਦਵਾਰ ਹੋਏ। ਉਹਦੇ ਬਾਅਦ ਜਿਹੜਾ ਖਬਰਾਂ ਇਹ ਵੀ ਆਈਆਂ ਕਿ ਸ਼ਾਇਦ ਸਾਊਦੀਆ ਦੇ ਵਿੱਚ ਵੀ ਕੋਈ ਮੁਜ਼ਾਕਰਾਤ ਹੋਏ, ਲੇਕਿਨ ਉਹ ਨਤੀਜਾ ਖੇਜ਼ ਸਾਬਿਤ ਨਹੀਂ ਹੋ ਰਹੇ। ਇਹਦੀ ਵਜ੍ਹਾ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਇਹਨਾਂ ਦਾ ਤੁਸੀਂ ਵੇਖੋ ਮਾਜ਼ੀ ਅਗਰ, ਤੇ ਤੁਸੀਂ ਬਿਲਕੁਲ ਕਲੀਅਰ ਆ ਜਾਏਗਾ। ਹਰ ਕੌਮ ਨੂੰ ਇਹਨਾਂ ਨੇ ਧੋਖਾ ਦਿੱਤਾ, ਹਰ ਮੁਲਕ ਨੂੰ ਧੋਖਾ ਦਿੱਤਾ, ਇੱਥੋਂ ਤੱਕ ਇਹਨਾਂ ਨੇ ਆਪਣੇ ਆਪ ਨੂੰ ਧੋਖਾ ਦਿੱਤਾ। ਉਹਦੀ ਵਜ੍ਹਾ ਤੁਹਾਨੂੰ ਦੱਸਣਾ ਚਾਹਾਂਗਾ। ਇਹਨਾਂ ਨੇ ਪਹਿਲੇ UAE ਦੇ ਕੋਲੋਂ ਅਰਬਾਂ ਡਾਲਰ, ਅਰਬਾਂ ਰੁਪਏ ਲੈ ਕੇ ਵਾਅਦਾ ਕੀਤਾ ਸੀ ਅਸੀਂ TTP ਨੂੰ ਇੱਥੋਂ ਉਠਾ ਕੇ ਤਾਜਕ ਬਾਰਡਰ ਦੇ ਕੋਲ ਲੈ ਜਾਵਾਂਗੇ। ਉਸ ਗੱਲ ਤੋਂ ਮੁੱਕਰ ਗਿਆ। ਔਰ ਬਿਲਕੁਲ ਦੇ ਆਰ ਨਾਨ ਵਰਕੇਬਲ ਪੀਪਲ, ਨਾਟ ਰਿਲਾਇਬਲ, ਝੂਠੇ ਲੋਕ ਨੇ। ਔਰ ਸਿਰਫ ਮੇਰਾ ਮਕਸਦ ਹੈ ਕਿ ਦੁਨੀਆ ਦੇ ਉੱਤੇ ਇੱਕ ਮਜ਼ਾਕ ਬਣ ਚੁੱਕੇ ਨੇ। ਇਸ ਟਾਈਮ ਅਗਰ ਕੋਈ ਬੰਦਾ, ਤੁਸੀਂ ਤੁਹਾਡੇ ਵੇਖਣ ਵਾਲੇ ਗੂਗਲ ਕਰ ਵੇਖਣ ਕਿ ਕਿਆ ਤਾਲਿਬਾਨ ਦੁਨੀਆ ਵਾਸਤੇ ਇੱਕ ਥ੍ਰੈਟ ਨੇ, ਤੇ ਤੁਹਾਨੂੰ ਥੱਲੇ 15 ਚੀਜ਼ਾਂ ਸਾਹਮਣੇ ਗੂਗਲ ਦੱਸ ਦੇਗਾ ਕਿ ਇਹ ਆਪਣੇ ਆਪ ਨਾਲ ਕੀ ਕਰ ਰਹੇ ਨੇ, ਦੁਨੀਆ ਦੇ ਨਾਲ ਕੀ ਕਰ ਰਹੇ ਨੇ, ਔਰ ਇਹ ਦੁਨੀਆ ਦੇ ਭਾਰ ਬਣੇ ਪਏ ਨੇ। ਹੁਣ ਇਸ ਵਕਤ ਸਭ ਤੋਂ ਵੱਡੀ ਗੱਲ ਤੇ ਇਹ 4-5 ਮੁਲਕ ਲੱਗ ਕੇ ਇਹਨਾਂ ਨੂੰ ਹੁਣ ਸਿੱਧਾ ਕਰਨਗੇ, ਜਿਨ੍ਹਾਂ 'ਚ ਤਾਜਿਕਿਸਤਾਨ ਵੀ ਸ਼ਾਮਿਲ ਹੈ, ਈਰਾਨ ਸ਼ਾਮਿਲ ਹੈ, ਚਾਈਨਾ ਔਰ ਅਮਰੀਕਾ ਸ਼ਾਮਿਲ ਹੈ, ਔਰ ਫਿਰ ਪਾਕਿਸਤਾਨ ਵੀ ਹੋਏਗਾ ਕਿਉਂਕਿ ਉੱਥੋਂ ਇਹ ਇੰਡੀਆ ਦੀ ਪ੍ਰਾਕਸੀ ਬਣ ਚੁੱਕੇ ਨੇ। ਤੇ ਇਹਨਾਂ ਵਾਸਤੇ ਘੇਰਾ ਤੰਗ ਹੋ ਜਾਣਾ। ਇਹਨਾਂ ਨੂੰ ਇਹ ਪਤਾ ਨਹੀਂ, ਇਹਨਾਂ ਨੇ ਸਮਝਿਆ ਕਿ ਮੇਰਾ ਮਕਸਦ ਹੈ ਕਿ ਮਜ਼ਾਕ ਹੈ। ਦਿਸ ਇਜ਼ ਨਾਟ ਮਜ਼ਾਕ। ਨਾਓ ਹੁਣ ਇਹ ਆਖਰੀ ਆਪਣੇ ਰੈੱਡ ਲਾਈਨ ਕ੍ਰਾਸ ਕਰ ਰਹੇ ਨੇ ਹਰ ਜਗ੍ਹਾ ਤੇ।
ਔਰ ਸ਼ਾਇਦ ਸਾਹਿਬ ਮੇਰੇ ਖਿਆਲ 'ਚ ਮੈਂ ਜਿਸ ਤਰ੍ਹਾਂ ਤੁਹਾਨੂੰ ਕਹਿ ਰਿਹਾ ਕਿ ਡੋਨਲਡ ਟਰੰਪ ਇਜ਼ ਟੇਕਿੰਗ them ਵੈਰੀ ਸੀਰੀਅਸਲੀ, ਔਰ ਆਪਣੀ ਕੰਪੇਨ ਜਿਹੜੀ ਉਹਨਾਂ ਦੀ ਹੈ ਇਸ ਇਲੈਕਸ਼ਨ ਤੋਂ ਪਹਿਲੇ ਜਿਹੜੀ ਉਹਨਾਂ ਦੀ ਕੰਪੇਨ ਸੀ, ਉਹਦੇ 'ਚ ਹਰ ਤਕਰੀਰ 'ਚੋਂ ਕਹਿੰਦੇ ਸਨ ਕਿ ਜਿਹੜਾ ਅਸਲਾ ਉੱਥੇ ਬਾਈਡਨ ਸੱਟ ਕੇ ਆਇਆ ਉਸ ਪੂਰੇ ਰੀਜਨ ਨੂੰ ਡੀਸਟੈਬਲਾਈਜ਼ ਕਰਨੇ ਵਾਸਤੇ ਕਾਫੀ ਹੈ। ਇਹਨਾਂ ਨੇ ਉਹ ਅਸਲਾ ਕਈ ਦਹਿਸ਼ਤਗਰਦ ਤਨਜ਼ੀਮਾਂ ਅੱਗੇ ਵੇਚ ਦਿੱਤਾ ਹੈ। ਡੋਨਲਡ ਟਰੰਪ ਸਾਹਿਬ ਇੰਟਰਸਟਿਡ ਨੇ ਕਿ ਇਹਨਾਂ ਕੋਲ ਪੁੱਛਿਆ ਜਾਏ ਕਿ ਤੁਸੀਂ ਕਿਹਨਾਂ ਨੂੰ ਵੇਚਿਆ, ਕਿਹਨਾਂ ਦੇ ਖਿਲਾਫ ਇਸਤੇਮਾਲ ਕਰ ਰਹੇ ਹੋ। ਇਹ ਸਾਰੀਆਂ ਗੱਲਾਂ ਦਾ ਨਾ ਜਵਾਬ ਦੇਣਾ ਪੈਣਾ ਹੈ, ਔਰ ਇਹ ਦੇਣਗੇ ਮੇਰੇ ਖਿਆਲ ਦੇ ਆਉਣ ਵਾਲੇ ਦਿਨਾਂ 'ਚ ਬੜੀ ਜਲਦੀ ਦੇਣਗੇ। ਤਾਂ ਸਾਹਿਬ ਤੁਸੀਂ ਆਪੇ ਜ਼ਿਕਰ ਕਰ ਦਿੱਤਾ, ਮੈਂ ਸਵਾਲ ਕਰਨਾ ਸੀ ਤੁਹਾਡੇ ਕੋਲ ਕਿ ਜਦੋਂ ਇਹ ਅਮਰੀਕਨ ਗਏ ਸਨ ਇੱਥੋਂ ਤੇ ਇਹ ਨੰਬਰ ਆਇਆ ਕਿ ਤਕਰੀਬਨ ਕੋਈ 7 ਅਰਬ ਡਾਲਰ ਦੇ ਆਸ-ਪਾਸ ਦਾ ਅਸਲਾ ਮੁxtਲਿਫ ਜਿਹੜਾ ਜੰਗ ਵਿੱਚ ਸਮਾਨ ਇਸਤੇਮਾਲ ਹੁੰਦੇ ਛੋੜ ਕੇ ਗਏ ਸਨ। ਪਿਛਲੇ ਦਿਨਾਂ ਪਾਕਿਸਤਾਨ ਵਿੱਚ ਕੁਝ ਦਹਿਸ਼ਤਗਰਦਾਨਾ ਕਾਰਵਾਈਆਂ ਹੋਈਆਂ, ਫਿਤਨਤੁਲ ਖਵਾਰਿਜ ਨੇ ਉਹ ਕਾਰਵਾਈਆਂ ਕੀਤੀਆਂ। ਉਹਦੇ ਵਿੱਚ ਵੀ ਨਜ਼ਰ ਆਇਆ ਜਦੋਂ ਜਿਹੜਾ ਹੈ ਉਹ ਜਨਮ ਵਾਸਲ ਹੋਏ ਤੇ ਉਹਨਾਂ ਕੋਲ ਜਿਹੜਾ ਅਸਲਾ ਰਿਕਵਰ ਹੋਇਆ ਉਹ ਅਮਰੀਕਨ ਸਾਖਤ ਅਸਲਾ ਸੀ। ਇਸ ਹਵਾਲੇ ਨਾਲ ਸਰ ਦੱਸੋ ਕਿ ਕੀ ਕੋਈ ਕਾਰਵਾਈਆਂ, ਕੋਈ ਇਕਦਾਮਾਤ ਜਿਹੜੀ ਟਰੰਪ ਇੰਤਜ਼ਾਮੀਆ ਹੈ ਉਹ ਕਰ ਰਹੀ ਹੈ ਕਿ ਇਹ ਜਿਹੜਾ ਅਸਲਾ ਮੌਜੂਦ ਹੈ ਜਿਹੜਾ ਨਾ ਸਿਰਫ ਪਾਕਿਸਤਾਨ ਵਾਸਤੇ ਬਲਕਿ ਖਿੱਤੇ ਵਾਸਤੇ ਜਾਂ ਪੂਰੀ ਦੁਨੀਆ ਵਾਸਤੇ ਮਸਲਾ ਬਣ ਸਕਦਾ ਹੈ। ਇਸ ਹਵਾਲੇ ਨਾਲ ਟਰੰਪ ਇੰਤਜ਼ਾਮੀਆ ਕੀ ਕੋਈ ਇਕਦਾਮਾਤ ਕਰ ਰਹੀ ਹੈ? ਐਬਸੋਲੂਟਲੀ ਉਹਦੀ ਵਜ੍ਹਾ ਤੁਹਾਨੂੰ ਦੱਸਣਾ ਚਾਹੁੰਦਾ। ਇੱਕ ਤੇ ਪ੍ਰੈਜ਼ੀਡੈਂਟ ਟਰੰਪ ਆਪਣੇ ਮੁਸਲਸਲ ਕੈਂਪੇਨ ਦੇ ਵਿੱਚ ਬਾਰ-ਬਾਰ ਇਹ ਕਹਿੰਦੇ ਸਨ ਅਸੀਂ ਉਹ ਆਰਮੀ ਬੇਸ ਜਿਹਦੇ ਅਸੀਂ ਬਹੁਤ ਜ਼ਿਆਦਾ ਪੈਸਾ ਲਾ ਕੇ ਬਗਰਾਮ 에ਅਰ ਬੇਸ ਅਸੀਂ ਉਹ ਵਾਪਸ ਲੈਣਾ ਚਾਹਾਂਗੇ, ਲੈਣਗੇ, ਔਰ ਇਹ ਐਗਰੀ ਵੀ ਕਰ ਚੁੱਕੇ ਨੇ। ਇਹ ਪੈਸੇ ਮੰਗਦੇ ਨੇ ਉਸ 에ਅਰ ਬੇਸ ਵਾਸਤੇ, ਇਹਨਾਂ ਨੇ ਪੈਸਿਆਂ ਨਾਲ ਮੁੱਲ ਵੀ ਲਾ ਲਿਆ ਔਰ ਇਹਨਾਂ ਨੇ ਇਜਾਜ਼ਤ ਵੀ ਦਿੱਤੀ ਹੈ। ਲੇਕਿਨ ਇਹਨਾਂ ਨੂੰ ਸਿਰਫ ਇਸ਼ੂ ਸੀ ਕਿ ਤੁਸੀਂ ਸਿਵਿਲੀਅਨ ਕੱਪੜਿਆਂ 'ਚ ਆ ਕੇ ਉਹ 에ਅਰ ਬੇਸ ਆਪਣੀ ਟੇਕ ਓਵਰ ਕਰ ਲਓ, ਆਰਮੀ ਇੱਥੇ ਨਾ ਲੈ ਕੇ ਆਓ। ਇਹਨਾਂ ਇਸ ਚੀਜ਼ ਤੋਂ ਡਰਦੇ ਸਨ। ਇੱਕ ਤੇ ਇਹ ਚੀਜ਼ ਹੈ। ਦੂਜਾ ਉਹ ਮੁਸਲਸਲ ਕਹਿੰਦੇ ਸਨ ਕਿ ਉਹ ਅਸਲਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਅਸਲਾ ਗਿਆ ਕਿੱਥੇ, ਇਹਨਾਂ ਨੇ ਕਿਹੜੀਆਂ ਆਰਗੇਨਾਈਜੇਸ਼ਨਾਂ ਨੂੰ ਵੇਚਿਆ। ਤੀਸਰੀ ਚੀਜ਼ ਹੈ ਕਿ ਸਾਡੇ ਫੀਲਡ ਮਾਰਸ਼ਲ ਸਾਹਿਬ ਜਦ ਵਾਈਟ ਹਾਊਸ ਆਏ ਨੇ ਉਹਨਾਂ ਨੇ ਬਿਲਕੁਲ ਇਹ ਚੀਜ਼ਾਂ ਡਿਸਕਸ ਕੀਤੀਆਂ ਨੇ ਔਰ ਉਹਨਾਂ ਦੀ ਇਸ ਗੱਲ ਨੂੰ ਐਕਸੈਪਟ ਕੀਤਾ ਗਿਆ, ਐਗਰੀ ਕੀਤਾ ਗਿਆ। ਔਰ ਦਿਸ ਇਜ਼ ਵਨ ਆਫ ਦਾ ਫਾਊਂਡੇਸ਼ਨ ਆਫ ਅ ਨਿਊ ਪਾਰਟਨਰਸ਼ਿਪ ਆਫ ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ, ਕਿਉਂਕਿ ਇਹ ਦੁਬਾਰਾ ਉੱਥੇ ਜਿਸ ਤਰ੍ਹਾਂ ਤੁਹਾਨੂੰ ਕਿਹਾ ਤਾਜਿਕਿਸਤਾਨ ਆਪਣੇ ਜਿਹੜੇ ਪੜੋਸੀ ਮੁਲਕ ਨੇ ਉਹਨਾਂ ਦੇ ਨਾਲ ਉਹ ਅਸਲਾ ਜਿਹੜਾ ਇਸਤੇਮਾਲ ਇਹ ਹੋ ਰਿਹਾ ਔਰ ਇਹ ਹਰ ਦਹਿਸ਼ਤਗਰਦ ਤਨਜ਼ੀਮ ਕੋਲੋਂ ਪੈਸੇ ਲੈ ਕੇ, ਇਹ ਵੀ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਣਾ ਚਾਹੁੰਦਾ, ਇਹਨਾਂ ਦਾ ਕਾਰੋਬਾਰ ਹੈ ਕਿ ਉੱਥੇ ਚਰਸ ਅਫੀਮ ਵੀ ਬਣਾਈ ਜਾਏ, ਸਮਗਲਰਾਂ ਕੋਲ ਵੀ ਲੈਂਦੇ ਨੇ ਕੱਟ ਆਪਣਾ, ਔਰ ਉਸ ਤੋਂ ਬਾਅਦ ਦਹਿਸ਼ਤਗਰਦ ਤਨਜ਼ੀਮਾਂ ਨੂੰ ਵੀ ਉੱਥੇ ਪਨਾਹ ਦਿੰਦੇ ਨੇ ਪੈਸੇ ਲੈ ਕੇ। ਤੇ ਇਹ ਹੁਣ ਸਾਰੀ ਦੁਨੀਆ ਵੇਖ ਰਹੀ ਹੈ। ਦਿਸ ਇਜ਼ ਇਹ ਸੈਟਲਾਈਟ ਦਾ ਦੌਰ ਹੈ। ਇਹ ਸਮਝਦੇ ਨੇ ਕਿ ਅਜੇ ਵੀ ਬੰਦੇ ਖੋਤਿਆਂ ਤੇ ਫੇਰ ਰਹੇ ਨੇ। ਦਿਸ ਇਜ਼ ਨਾਟ ਹਾਊ ਇਟ ਇਜ਼। ਦੁਨੀਆ ਵੇਖ ਰਹੀ ਹੈ, ਦੁਨੀਆ ਸੁਣ ਰਹੀ ਹੈ ਜੋ ਤੁਸੀਂ ਕਰ ਰਹੇ ਹੋ, ਔਰ ਇਹਦਾ ਇਹਨਾਂ ਨੂੰ ਜਵਾਬ ਦੇਣਾ ਪਏਗਾ। ਪੂਰੀ ਦੁਨੀਆ ਅੱਜ ਜਵਾਬ ਮੰਗ ਰਹੀ ਹੈ ਔਰ ਇਹ ਦਿਸ ਇਜ਼ ਵੈਰੀ ਕਲੋਜ਼ ਕਿ ਇਹਨਾਂ ਦੇ ਖਿਲਾਫ ਆਪਰੇਸ਼ਨ ਹੋਏਗਾ ਔਰ ਬੜਾ ਸਟਰੋਂਗ ਆਪਰੇਸ਼ਨ ਹੋਏਗਾ। ਤਾਂ ਸਾਹਿਬ ਮੈਂ ਚਾਹਾਂਗਾ ਤੁਸੀਂ ਇਹ ਵੀ ਦੱਸੋ ਕਿ ਟਰੰਪ ਸਾਹਿਬ ਜਿੱਥੇ ਵੀ ਜਾਂਦੇ ਨੇ, ਕਿਸੇ ਤਕਰੀਬ ਵਿੱਚ ਆਉਂਦੇ ਨੇ, ਕਿੱਥੇ ਵੀ ਤਕਰੀਰ ਕਰ ਰਹੇ ਹੁੰਦੇ ਨੇ, ਇੱਕ ਤੇ ਜਿਹੜੀ ਭਾਰਤ ਦੇ 7 ਤਿਆਰੇ ਗਿਣਨ ਦਾ ਜਿਹੜਾ ਹੈ ਉਹ ਜ਼ਿਕਰ ਕਰਨਾ ਬਿਲਕੁਲ ਵੀ ਉਹਨਾਂ ਨੂੰ ਜਿਹੜਾ ਹੈ ਉਹ ਭੁੱਲਦਾ ਨਹੀਂ, ਉਹ ਹਰ ਤਕਰੀਬ ਵਿੱਚ ਜ਼ਿਕਰ ਕਰ ਰਹੇ ਨੇ। ਦੂਜਾ ਸਾਡੇ ਜਿਹੜਾ ਚੀਫ ਆਫ ਡਿਫੈਂਸ ਫੋਰਸਿਸ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੇ ਹਵਾਲੇ ਨਾਲ ਉਹਨਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਔਰ ਇਹ ਜਿਹੜੀ ਨਵੀਂ ਇੱਕ ਤਬਦੀਲੀ ਆਈ ਹੈ ਪਾਕ ਅਮਰੀਕਾ ਤਾਲੁਕਾਤ ਦੇ ਵਿੱਚ, ਜਿਹੜੀ ਬਿਹਤਰੀ ਆਈ ਹੈ ਜਾਂ ਜਿਹੜੀ ਦੁਨੀਆ ਵੀ ਹੁਣ ਕਹਿ ਰਹੀ ਹੈ ਕਿ ਜੀ ਪਾਕਿਸਤਾਨ ਤੇ ਅਮਰੀਕਾ ਦੇ ਤਾਲੁਕਾਤ ਬਹੁਤ ਬਿਹਤਰੀ ਦੀ ਤਰਫ ਮਜ਼ੀਦ ਜਾ ਰਹੇ ਨੇ, ਇਸ ਹਵਾਲੇ ਨਾਲ ਕੀ ਕਹੋਗੇ ਸਰ ਵਜ੍ਹਾ? ਵੇਖੋ, ਇੱਕ ਤੇ ਮੈਂ ਅਰਜ਼ ਕਰਨਾ ਚਾਹਾਂਗਾ ਸ਼ਾਇਦ ਸਾਹਿਬ ਕਿ ਇਸ ਵਕਤ 10 ਮਈ ਤੋਂ ਬਾਅਦ ਇੱਕ ਨਵਾਂ ਪਾਕਿਸਤਾਨ ਹੈ, ਇੱਕ ਨया ਜੋਸ਼ ਔਰ ਵਲਵਲਾ ਵੇਖਿਆ ਜਾ ਰਿਹਾ ਹੈ ਕੌਮ ਦੇ ਵਿੱਚ। ਪਹਿਲੇ ਮੈਂ ਅਰਜ਼ ਕਰਦਾ ਰਹਿਣਾ ਕਈ ਵਾਰੀ ਕਿ ਸਾਡੀ ਤੇ ਕ੍ਰਿਕਟ ਟੀਮ ਵੱਲੋਂ ਵੀ ਕਦੀ ਖੁਸ਼ਖਬਰੀ ਨਹੀਂ ਸੀ ਲੱਭੀ। ਪਹਿਲੀ ਵਾਰੀ ਅਸੀਂ ਕੋਈ ਜੰਗ ਜਿੱਤੀ ਹੈ। ਸਾਡੇ ਵਾਸਤੇ ਇਹ ਇਸ ਤਰ੍ਹਾਂ ਹੀ ਹੈ ਜਿਵੇਂ 14 ਅਗਸਤ 1947 ਸੀ, ਇਸ ਤਰ੍ਹਾਂ ਹੀ 10 ਮਈ ਹੈ ਕਿ ਕਿਸ ਤਰੀਕੇ ਨਾਲ ਇੱਕ ਐਸੇ ਮੁਲਕ ਦਾ ਜਿਹਦਾ 81 ਬਿਲੀਅਨ ਡਾਲਰ ਸਾਲਾਨਾ ਬਜਟ ਹੈ ਡਿਫੈਂਸ ਦਾ, ਔਰ ਤੁਹਾਡਾ 9 ਬਿਲੀਅਨ ਹੈ, ਉਹਨਾਂ ਦੀ 1.6 ਮਿਲੀਅਨ ਉਹਨਾਂ ਦੀ ਫੌਜ ਹੈ, ਤੁਹਾਡੀ 7 ਲੱਖ ਫੌਜ ਹੈ। ਤੁਸੀਂ ਦੁਨੀਆ ਦੇ ਉੱਤੇ ਜੋ ਸਾਬਤ ਕੀਤਾ ਇਹਦੀ ਵਜ੍ਹਾ ਤੋਂ ਅੱਜ ਤੁਹਾਡੀ ਮਿਲਟਰੀ ਡਿਪਲੋਮੇਸੀ ਇਜ਼ ਵਰਕਿੰਗ ਐਵਰੀਵੇਅਰ। ਤੁਸੀਂ ਔਰ ਦੂਸਰੀ ਗੱਲ ਹੈ ਤੁਸੀਂ ਡਿਫੈਂਸ ਨੂੰ, ਆਪਣੀ ਡਿਫੈਂਸ ਦੀ ਸਲਾਹੀਤਾ ਨੂੰ ਇੱਕ ਪ੍ਰੋਡਕਟ ਬਣਾ ਕੇ ਦੁਨੀਆ ਤੇ ਨਿਕਲੇ ਹੋ, ਔਰ ਇਹਦਾ ਸਿਹਰਾ ਸਿਰਫ ਸਾਡੇ ਫੀਲਡ ਮਾਰਸ਼ਲ ਸਾਹਿਬ ਨੂੰ ਜਾਂਦਾ। ਇੱਕ ਹੋਰ ਚੀਜ਼ ਅਰਜ਼ ਕਰਨਾ ਚਾਹਾਂਗਾ, ਡੋਨਲਡ ਟਰੰਪ ਸਾਹਿਬ ਇਜ਼ ਅ ਸਟਰੋਂਗ ਲੀਡਰ ਔਰ ਹਮੇਸ਼ਾ ਸਟਰੋਂਗ ਲੀਡਰਸ ਦੀ ਉਹ ਇੱਜ਼ਤ ਕਰਦੇ ਨੇ। ਇੱਕ ਤੇ ਇਹ ਵੀ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਕਿ ਉਹ ਬਾਰ-ਬਾਰ ਫੀਲਡ ਮਾਰਸ਼ਲ ਸਾਹਿਬ ਦਾ ਜ਼ਿਕਰ ਕਰਦੇ ਨੇ।